ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਜਗਬਾਣੀ ਤੇ ਮੈਂ ਗੁਰਪ੍ਰੀਤ ਸਿੰਘ। ਅੱਜ ਪੰਜਾਬ ਵਿਧਾਨ ਸਭਾ ਦੇ ਹੰਗਾਮੇਦਾਰ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਪਹਿਲਾ ਦਿਨ ਵੀ ਹੰਗਾਮਾ ਰਿਹਾ ਹੈ। ਦੋਹੇ ਜਿਹੜੀਆਂ ਵਿਰੋਧੀ ਧਿਰ ਦੇ ਵਿੱਚ ਪਾਰਟੀਆਂ ਨੇ, ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ, ਉਹਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ, ਅਕਾਲੀ ਦਲ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ। ਦੋਵਾਂ ਦੀ ਮੰਗ ਇਹ ਹੈ ਕਿ ਸਰਕਾਰ ਜਿਹੜਾ ਕੱਲ ਨੂੰ ਕਾਨੂੰਨ ਲੈ ਕੇ ਆਈ ਹੈ ਉਹਦਾ ਖਰੜਾ ਲੋਕਾਂ ਦੇ ਸਾਹਮਣੇ ਰੱਖੇ, ਵਿਰੋਧੀ ਪਾਰਟੀਆਂ ਦੇ ਸਾਹਮਣੇ ਰੱਖੇ, ਤਾਂ ਕਿ ਉਹਨੂੰ ਥੋੜਾ ਸਟੱਡੀ ਕਰਨ ਦਾ ਮੌਕਾ ਮਿਲੇ ਤੇ ਜੇ ਕੋਈ ਸੁਝਾਅ ਦੇਣੇ ਉਹ ਵੀ ਦਿੱਤੇ ਜਾ ਸਕਣ। ਸਰਕਾਰ ਇਸ ਤਰੀਕੇ ਦੇ ਨਾਲ ਚੁੱਪ ਚਪੀਤੇ ਕਾਨੂੰਨ ਕਿਉਂ ਲਿਆ ਰਹੀ ਹੈ? ਇਸੇ ਵਿਰੋਧ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਧਰਨੇ ਤੇ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅਮਨ ਅਰੋੜਾ ਸਾਡੇ ਨਾਲ ਜੁੜੇ ਹੋਏ ਨੇ। ਅਮਨ ਜੀ, ਸਵਾਗਤ ਹੈ ਤੁਹਾਡਾ ਜਗਬਾਣੀ ਤੇ। ਮਿਹਰਬਾਨੀ ਗੁਰਪ੍ਰੀਤ ਜੀ। ਦੇਖੋ, ਇਸ ਤਰ੍ਹਾਂ ਹੈ ਕਿ ਅਸੀਂ ਕੋਈ ਰੌਲਾ ਪਾਉਣ ਨੂੰ ਜਾਂ ਕੋਈ ਇਸ਼ੂ ਕ੍ਰੀਏਟ ਕਰਨ ਲਈ ਧਰਨਾ ਨਹੀਂ ਲਾਇਆ ਹੈਗਾ। ਇਹ ਸਪੈਸ਼ਲ ਸੈਸ਼ਨ ਹੈ ਤੇ ਸਪੈਸ਼ਲ ਸੈਸ਼ਨ ਸੱਦਿਆ ਸਿਰਫ ਇੱਕ ਪਰਪਸ ਲਈ ਗਿਆ ਸੀਗਾ ਕਿ ਜਿਹੜੇ 3 ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਤੇ ਉਹਨਾਂ ਨੂੰ ਰੱਦ ਕਰਕੇ ਕੋਈ ਨਾ ਕੋਈ ਅਜਿਹਾ ਪੁਖਤਾ ਹੱਲ ਹੈ ਜਿਹੜਾ ਉਹ ਪੰਜਾਬ ਕੱਢੇ, ਜਿਹਦੀ ਵਜ੍ਹਾ ਕਰਕੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਕਿਸਾਨਾਂ ਨੂੰ, ਔੜਤੀਆਂ ਨੂੰ, ਮਜ਼ਦੂਰਾਂ ਨੂੰ ਬਚਾਇਆ ਜਾ ਸਕੇ। ਪਰ ਅਨਫੋਰਚੂਨੇਟਲੀ ਇਹ ਸਰਕਾਰ ਹੁਣ ਤੱਕ ਕਾਂਗਰਸ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਹੈਗਾ, ਕਿਸੇ ਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ। ਇਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਹਿੰਦੀ ਆ ਰਹੀ ਹੈ ਤੇ ਇਹ ਕਿਹੜਾ ਲੈ ਰਹੇ ਨੇ। ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਭਾਈ ਤੁਸੀਂ ਇਸ ਸੈਸ਼ਨ ਤੋਂ ਪਹਿਲਾਂ ਤੁਸੀਂ 2 ਦਿਨ ਦਾ ਬ੍ਰੇਨ ਸਟਾਰਮਿੰਗ ਸੈਸ਼ਨ ਹੈ ਜਿਹੜਾ ਉਹ ਬੁਲਾ ਲਓ, ਇੱਕ ਸੈਮੀਨਾਰ ਬੁਲਾ ਲਓ। ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ, ਸਾਰੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਲੀਗਲ, ਕਨਸਟੀਟਿਊਸ਼ਨਲ ਤੇ ਐਗਰੀਕਲਚਰ ਦੇ ਐਕਸਪਰਟ ਨੇ ਜਿਹੜੇ, ਉਹਨਾਂ ਨੂੰ ਬੁਲਾ ਲਓ। ਸਾਰੇ ਸਿਰ ਜੋੜ ਕੇ ਮੱਥਾ ਮਾਰੀਏ 2 ਦਿਨ, ਜੋ ਉਹਦੇ ਚੋਂ ਬੈਸਟ ਪੋਸੀਬਲ ਹੱਲ ਪੰਜਾਬ ਦੀ ਕਿਸਾਨੀ ਲਈ, ਪੰਜਾਬ ਦੇ ਲਈ ਨਿਕਲਦਾ ਉਹਨੂੰ ਇਸ ਵਿਧਾਨ ਸਭਾ ਦੇ ਵਿੱਚ ਮਤੇ ਦੇ ਰੂਪ ਦੇ ਵਿੱਚ ਲੈ ਕੇ ਆਈਏ। ਇਹ ਕਿੱਡੀ ਕੁ ਵੱਡੀ ਗੱਲ ਹੈ ਜੀ। ਕੀ ਇਹ ਚਾਹੀਦਾ ਨਹੀਂ ਸੀਗਾ? ਆਹੀ ਤਾਂ ਕੈਪਟਨ ਸਾਹਿਬ ਕਹਿੰਦੇ ਰਹੇ ਨੇ ਵੀ ਮੋਦੀ ਸਾਹਿਬ ਨੇ ਕਿਸੇ ਨੂੰ ਕੌਨਫੀਡੈਂਸ ਨਹੀਂ ਲਿਆ ਹੈਗਾ ਤੇ ਹੁਣ ਸੈਸ਼ਨ ਸ਼ੁਰੂ ਹੋ ਚੁੱਕਿਆ, ਹਜੇ ਤੱਕ ਨਾ ਸਾਡੇ ਨਾਲ, ਨਾ ਕਿਸਾਨ ਜਥੇਬੰਦੀ ਨਾਲ, ਉਹ ਕਿਸੇ ਨੂੰ ਕੱਖ ਨਹੀਂ ਪਤਾ ਹੈਗਾ ਵੀ ਕਿਹੋ ਜਿਹਾ ਮਤਾ ਲੈ ਕੇ ਆਉਣਗੇ। ਸਾਨੂੰ ਸ਼ੱਕ ਜਿਹੜਾ ਪੈਂਦਾ ਉਹ ਇਸ ਕਰਕੇ। ਪਰ ਕਿਸਾਨ ਜਥੇਬੰਦੀਆਂ ਦੇ ਨਾਲ ਤਾਂ ਲਗਾਤਾਰ ਅਮਨ, ਕਿਸਾਨ ਜਥੇਬੰਦੀਆਂ ਦੇ ਨਾਲ ਤਾਂ ਚੱਲ ਰਹੀ। ਪਿੱਛੇ ਜਿਹੜੀ ਮੀਟਿੰਗ ਹੋਈ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ, ਉਸ ਦਿਨ ਵੀ ਉਹ ਜਿਹੜੇ 3 ਮਿਨਿਸਟਰ ਸੀਗੇ ਉੱਥੇ ਪਹੁੰਚੇ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਆਪਣੀਆਂ ਇਨਪੁਟਸ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਦਿੱਤੀਆਂ ਨੇ ਵੀ ਸਾਨੂੰ ਕੀ ਚਾਹੀਦਾ, ਸਰਕਾਰ ਨੇ ਦੱਸਿਆ ਅਸੀਂ ਕਿਵੇਂ ਦਾ ਕੁਝ ਕਰ ਸਕਦੇ ਹਾਂ ਤੁਹਾਡੇ ਲਈ। ਇਹ ਗੱਲਬਾਤ ਤਾਂ ਹੋਈ ਹੈ। ਮੈਨੂੰ ਨਹੀਂ ਪਤਾ ਕਿਹਦੇ ਨਾਲ ਹੋਈ ਹੈ, ਪਰ ਕੱਲ ਤੇ ਪਰਸੋਂ 2 ਦਿਨ ਸਾਡੀ ਕਾਫੀ ਜਥੇਬੰਦੀਆਂ ਦੇ ਲੀਡਰਸ ਨਾਲ ਹੋਈ ਹੈ। ਉਹਨਾਂ ਨੇ ਕਿਹਾ ਵੀ ਸਰਕਾਰ ਨਾਲ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ। ਹੁਣ ਜਾਂ ਤਾਂ ਕੋਈ ਆਪਦੇ ਅਜਿਹੇ ਵਿਅਕਤੀ ਨਾਲ ਇਹ ਗੱਲ ਕਰਕੇ ਰਾਜੀ ਨੇ ਜਿਹਦੇ ਤੋਂ ਬਾਅਦ ਦੇ ਵਿੱਚ ਸਟੇਜ ਮੈਨੇਜ ਕਰਨ ਕਿ ਹਾਂਜੀ ਬਹੁਤ ਵਧੀਆ ਕਾਨੂੰਨ ਆ ਗਿਆ। ਮੈਂ ਕਹਿੰਦਾ ਅਸੀਂ ਕਿਹੜਾ ਪੰਜਾਬੀ ਨਹੀਂ ਹੈਗੇ? ਅਸੀਂ ਸਾਰੇ ਜਿੰਨੇ ਬੰਦੇ ਇੱਥੇ ਵਿਧਾਨ ਸਭਾ ਦੇ ਵਿੱਚ ਸਾਰੇ 2-2 2.5 ਲੱਖ ਦੇ ਵੋਟ ਦੇ ਨੁਮਾਇੰਦੇ ਆ ਤੇ 2-2.5 ਲੱਖ ਦੇ ਵਿੱਚ ਘੱਟੋ ਘੱਟ 70% 80% ਨੇ ਜਿਹੜੇ ਉਹ ਕਿਸਾਨ ਹੋਣਗੇ, ਬਾਕੀ ਮਜ਼ਦੂਰ ਹੋਣਗੇ, ਆੜ੍ਹਤੀ ਹੋਣਗੇ। ਤੇ ਸਾਡੇ ਨਾਲ ਜੇ ਗੱਲ ਕਰ ਲੈਂਦੇ, ਸਾਨੂੰ ਬਿੱਲ ਦੇ ਦਿੰਦੇ ਤੇ ਇਹਨਾਂ ਨੂੰ ਇਹਦੇ ਢਿੱਡਾਂ ਪੀੜਾਂ ਕਿਉਂ ਪੈਂਦੀਆਂ ਸੀਗੀਆਂ? ਇਹ ਮਤਾ ਜਿਹੜਾ ਲੈ ਕੇ ਆਉਣਾ ਚਾਹੁੰਦੇ ਨੇ, ਜੋ ਸਾਨੂੰ ਸ਼ੱਕ ਪੈਂਦਾ, ਉਹ ਇਹ ਲੈ ਕੇ ਆਉਣਾ ਚਾਹੁੰਦੇ ਨੇ ਕਿ ਕਿਸਾਨੀ ਨੂੰ ਬਚਾਉਣ ਦਾ ਮਤਾ ਨਹੀਂ ਹੋਣਾ ਲੱਗਦਾ, ਮਹਿਸੂਸ ਹੁੰਦਾ ਸਾਨੂੰ। ਇਹ ਕਾਂਗਰਸ ਪਾਰਟੀ ਦੀ ਡੁੱਬਦੀ ਨੂੰ 2022 ਦੇ ਵਿੱਚ ਬਚਾਉਣ ਦਾ ਹੀਲਾ ਵਸੀਲਾ ਕਰਨਾ ਚਾਹੁੰਦੇ ਨੇ, ਜਿਹਦੇ ਕਰਕੇ ਸਾਡੇ ਤੋਂ ਲੁਕਾਉਣਾ ਚਾਹੁੰਦੇ ਨੇ। ਅਸੀਂ ਤਾਂ ਪਹਿਲਾਂ ਹੀ ਕਹਿਤਾ ਸੀਗਾ ਕਿ ਤੁਸੀਂ ਕਿਸਾਨੀ ਨੂੰ ਬਚਾਉਣ ਦਾ ਮਤਾ ਲੈ ਕੇ ਆਓ, ਅਸੀਂ ਦੋਹੇ ਬਾਹਾਂ ਖੜੀਆਂ ਕਰਕੇ ਨੰਗੇ ਪੈਰੀ ਅਸੀਂ ਇਹਨਾਂ ਮਤਿਆਂ ਦੀ ਸਪੋਰਟ ਕਰਾਂਗੇ। ਪਰ ਲੁਕਾਉਂਦੇ ਕਿਉਂ ਨੇ? ਇਸ ਕਰਕੇ ਅਸੀਂ ਸਿਰਫ ਔਰ ਸਿਰਫ ਇਹੀ ਪ੍ਰੋਟੈਸਟ ਕਰ ਰਹੇ ਹਾਂ ਕਿ ਸਾਨੂੰ ਤੁਸੀਂ ਮਤਿਆਂ ਦੀਆਂ ਕਾਪੀਆਂ ਦਿਓ, ਅਸੀਂ ਆਪਦੇ ਘਰਾਂ ਨੂੰ ਜਾਈਏ, ਰਾਤ ਨੂੰ ਬੈਠ ਕੇ ਉਹਨੂੰ ਸਾਰੇ ਨੂੰ ਪੜ੍ਹੀਏ ਇਕੱਲਾ ਅੱਖਰ, ਤੇ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਸਲਾਹ ਕਰਕੇ ਕੋਈ ਕੱਲ ਨੂੰ ਇੱਥੇ ਚੰਗੀ ਪ੍ਰੋਐਕਟਿਵ, ਕੋਈ ਪੋਜ਼ਿਟਿਵ ਚੰਗੀ ਸਲਾਹ ਜਿਹੜੀ ਉਹ ਸਰਕਾਰ ਨੂੰ ਦੇ ਸਕੀ। ਇਹ 'ਚ ਗਲਤ ਕੀ ਹੈ ਜੀ? ਪਰ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਕਦੀ, ਇਸੇ ਕਰਕੇ ਬੈਠੇ ਆ। ਸਰਕਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ, ਕੁਝ ਵਿਧਾਇਕਾਂ ਦੀਆਂ ਜਿਹੜੀਆਂ ਨੇ ਸਟੇਟਮੈਂਟਸ ਆਈਆਂ ਨੇ, ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਲੈ ਕੇ ਆਈ ਹੈ। ਕੁਝ ਵਿਧਾਇਕਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਾਈਵੇਟ ਵਪਾਰੀ ਜੇ MSP ਤੋਂ ਘੱਟ ਫਸਲ ਚੱਕਦਾ ਹੈ ਤਾਂ ਉਹਦੇ ਤੇ ਪਰਚਾ ਹੋਊਗਾ, 5 ਸਾਲ ਦੀ ਸਜ਼ਾ ਹੋਊਗੀ। ਇਹ ਦਾਅਵੇ ਹੋ ਰਹੇ ਆ। ਮਤਲਬ ਮੰਨ ਲਿਆ ਗੁਰਪ੍ਰੀਤ ਜੀ, ਮੰਨ ਲਿਆ, ਚੰਗੀ ਗੱਲ ਹੈ, ਲੈ ਕੇ ਆਉਣ, ਸਵਾਗਤ ਕਰਾਂਗੇ। ਪਰ ਸਵਾਲ ਇਹ ਤਾਂ ਹੈ ਹੀ ਨਹੀਂਗਾ, ਰੌਲਾ ਇਹ ਤਾਂ ਹੈ ਹੀ ਨਹੀਂਗਾ ਵੀ MSP ਦੇ ਉੱਪਰੋਂ ਪਰਚੇਜ਼ ਉੱਪਰ ਹੋ ਰਹੀ ਹੈ ਕਿ ਥੱਲੇ ਹੋ ਰਹੀ ਹੈ। ਇਹ ਤਾਂ ਰੌਲਾ ਹੀ ਨਹੀਂ ਹੈਗਾ। ਰੌਲਾ ਤਾਂ ਇਸ ਗੱਲ ਦਾ ਹੈ ਕਿ ਜਿਹੜੀ ਇਹ ਕਾਨੂੰਨ ਬਣ ਗਿਆ, ਇਹਦੇ ਨਾਲ ਜਿਹੜਾ ਹੁਣ ਮੰਡੀ ਪ੍ਰਾਈਵੇਟ ਪਲੇਅਰਾਂ ਨੂੰ ਰੋਕਣ ਦਾ ਕੰਮ, ਉਹ ਤਾਂ 5 ਮਿੰਟਾਂ ਦਾ ਕੰਮ ਹੈ, ਰੁਕ ਜੂਗਾ। ਪਰ ਮਸਲਾ ਇਹ ਹੈ ਵੀ ਹਰ ਸਾਲ ਪੰਜਾਬ ਦੇ ਵਿੱਚ, ਪੰਜਾਬ ਦੀ ਕਿਸਾਨੀ ਕੋਲੇ ਤਕਰੀਬਨ 60,000 ਕਰੋੜ ਹੈ ਜਿਹੜਾ ਉਹ ਸੈਂਟਰ ਤੋਂ ਆਉਂਦਾ। 25-26 ਕਰੋੜ ਰੁਪਏ ਕਣਕ ਦੇ ਵਿੱਚ ਤੇ 35,000 ਕਰੋੜ ਦੇ ਕਰੀਬ ਝੋਨੇ ਦੇ ਵਿੱਚ ਆਉਂਦਾ ਉੱਥੋਂ ਹੈ। ਜੇ ਕੱਲ ਨੂੰ 2.5 ਸਾਲ ਬਾਅਦ 2022 ਦੀਆਂ ਚੋਣਾਂ ਤੋਂ ਮਗਰੋਂ ਕੇਂਦਰ ਸਰਕਾਰ ਝੋਗਾ ਚੱਕ ਦਿੰਦੀ, ਹੱਥ ਖੜੇ ਕਰ ਦਿੰਦੀ ਵੀ ਸਾਡੇ ਕੋਲ ਤਾਂ ਪੈਸੇ ਹੈ ਨਹੀਂਗੇ, ਤੁਸੀਂ ਆਪਦਾ ਜੋ ਮਰਜ਼ੀ ਕਰੋ, ਜਿੱਥੇ ਮਰਜ਼ੀ ਰੱਖੋ, ਜਿੱਥੇ ਮਰਜ਼ੀ ਨਾ ਰੱਖੋ, ਤੇ ਉਹ 60 ਕਰੋੜ ਦਾ ਪ੍ਰਬੰਧ ਹੈ ਜਿਹੜਾ ਉਹ ਕੌਣ ਕਰੂਗਾ?
ਪਰਚਾ ਤਾਂ ਦਰਜ ਹੋ ਜਾਊਗਾ ਜੇ ਕੋਈ ਘੱਟ ਖਰੀਦ ਕਰੂਗਾ, ਪਰ ਖਰੀਦ ਕੋਈ ਨਾ ਕੋਈ ਕਰੂਗਾ, ਇਹਦੀ ਗਰੰਟੀ ਵੀ ਤਾਂ ਚਾਹੀਦੀ ਹੈ ਨਾ। ਉਹ ਰੌਲਾ ਹੈ, ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ, ਉਹਦੇ ਬਾਰੇ ਕੋਈ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਹੈਗਾ। ਪਰ ਉਹਦਾ ਫਿਰ ਅਮਨ ਉਹਦਾ ਇਲਾਜ ਮਤਲਬ ਉਹਦਾ ਸੋਲੂਸ਼ਨ ਆਪਾਂ ਕੀ ਕੱਢ ਸਕਦੇ ਹਾਂ? ਇੱਕ ਵੱਡਾ ਸਵਾਲ ਆਪਣੇ ਆਪ ਚ, ਕਿਉਂਕਿ ਗੁਰਪ੍ਰੀਤ ਜੀ ਇਹ ਜਿਹੜੀ CCL ਜਾਰੀ ਕਰਨਾ ਹੈ ਉਹ ਤਾਂ ਸੈਂਟਰ ਗਵਰਨਮੈਂਟ ਦੇ ਹੱਥ, ਜਿਹੜਾ ਉਹਨਾਂ ਨੇ ਅਨਾਜ ਖਰੀਦਣ ਦੇ ਲਈ ਪੈਸਾ ਦੇਣਾ ਹੈ, ਉਹਦਾ ਅਸੀਂ ਸੋਲੂਸ਼ਨ ਕੀ ਕੱਢ ਸਕਦੇ ਹਾਂ? ਅਸੀਂ ਹੋਰ ਐਗਰੀਕਲਚਰ ਐਕਸਪਰਟਸ ਨਾਲ, ਇਕਨੋਮਿਸਟਾਂ ਦੇ ਨਾਲ, ਖੇਤੀਬਾੜੀ ਦੇ ਨਾਲ ਹੋਰ ਉਸ ਵਾਸਤੇ ਕਹਿ ਰਹੇ ਸੀ ਕਿ ਬੈਠੋ, ਪਰ ਬੈਠਦੇ ਨਹੀਂ ਹੈਗੇ। ਸੋਲੂਸ਼ਨ ਇਸ ਚੀਜ਼ ਦਾ ਵੀ ਨਿਕਲ ਸਕਦਾ ਹੈ, ਕੋਈ ਲੰਬਾ ਚੌੜਾ ਮਸਲਾ ਨਹੀਂ ਹੈਗਾ ਕਿ ਤੁਸੀਂ ਉਹਨਾਂ ਸੋਲੂਸ਼ਨ ਕੀ ਕੱਢੋਗੇ। ਸੋਲੂਸ਼ਨ ਕਈ ਚੀਜ਼ਾਂ ਤਰੀਕੇ ਨਾਲ ਨਿਕਲ ਸਕਦੇ ਨੇ। ਸੋਲੂਸ਼ਨ ਜਿਹੜੀਆਂ ਚੀਜ਼ਾਂ ਦੀ ਅੱਜ ਆਇਲ ਸੀਡਸ 1 ਲੱਖ ਕਰੋੜ ਦੀ ਇੰਪੋਰਟ ਹੁੰਦੀ ਹੈ, ਉਧਰ ਡਾਇਵਰਟ ਕਰੋ, ਉਹਦੇ ਨਾਲ ਨਿਕਲ ਸਕਦਾ ਹੈ। ਬਾਕੀ ਜਿਹੜਾ ਜਿੰਨਾ ਰਹੂਗਾ ਉਹ ਪੰਜਾਬ ਸਰਕਾਰ 25 ਤੋਂ 30 ਹਜ਼ਾਰ ਕਰੋੜ ਹੈ ਜਿਹੜਾ ਉਹ ਹਰ ਸਾਲ ਮਾਫੀਆ ਵਾਲੇ ਖਾ ਜਾਂਦੇ ਨੇ। ਕਿਉਂ ਮਾਫੀਆ ਨੂੰ ਚੱਲਣ ਦਿੰਦੇ ਹੋ ਜੀ ਤੁਸੀਂ? ਜਿੰਨੀ ਸ਼ਾਰਟਫਾਲ ਹੁੰਦੀ ਹੈ ਤੁਹਾਡੇ ਕੋਲ ਰੈਵਨਿਊ ਦੀ, ਤੁਸੀਂ ਆਪਦੇ ਕੋਲੋਂ ਪੂਰਾ ਕਰੋ। ਦਿੱਲੀ ਦੇ ਵਿੱਚ ਕੀ ਅਰਵਿੰਦ ਕੇਜਰੀਵਾਲ 950 ਰੁਪਏ ਪੱਲਿਓ ਪਾ ਕੇ ਉਹ ਕੀ ਸਵਾਮੀਨਾਥਨ ਮੁਤਾਬਕ ਪੈਸਾ ਦੇ ਨਹੀਂ ਰਹੇ ਕਿ ਦੇ ਰਹੇ ਨੇ? ਇਹਨਾਂ ਨੂੰ ਕੀ ਸੱਪ ਸੌਂਗਦਾ? ਸਾਡਾ ਸਵਾਲ ਤਾਂ ਸਿਰਫ ਔਰ ਸਿਰਫ ਇੰਨਾ ਹੈ, ਔਰ ਬਾਕੀ ਸਾਰੀਆਂ ਗੱਲਾਂ ਛੱਡੋ। ਹੋ ਸਕਦਾ ਅਸੀਂ ਗਲਤ ਵੀ ਹੋਈ ਹੈ, ਜੋ ਮੈਂ ਤੁਹਾਨੂੰ ਸੁਝਾਅ ਦਿੱਤਾ ਹੋ ਸਕਦਾ ਇੰਪ੍ਰੈਕਟੀਕਲ ਹੋਵੇ, ਨਾ ਇੰਪਲੀਮੈਂਟੇਬਲ ਹੋਵੇ, ਪਰ ਗੱਲ ਕਰਨ ਦੇ ਵਿੱਚ ਇਹਨਾਂ ਨੂੰ ਕੀ ਤਕਲੀਫ ਹੈ? ਸਾਡਾ ਸਵਾਲ ਸਿਰਫ ਔਰ ਸਿਰਫ ਇੰਨਾ ਹੈ ਕਿ ਜੇ ਬੈਠ ਕੇ 2 ਦਿਨ ਬ੍ਰੇਨਸਟਾਰਮਿੰਗ ਸੈਸ਼ਨ ਹੁੰਦਾ ਤਾਂ ਉਹਦੇ ਵਿੱਚ ਉਹ ਸਿਆਣਿਆਂ ਨੇ ਕਿਹਾ ਕਿ ਜਦੋਂ ਕੋਈ ਗੱਲ ਪੱਲੇ ਨਾ ਪੈਂਦੀ ਹੋਵੇ, ਸਮਝ ਨਾ ਆਉਂਦੀ ਹੋਵੇ, ਤਾਂ ਕੰਧ ਚਾਹੀਦੀ ਹੈ। ਤੇ ਇਹ 2-2 ਲੱਖ ਬੰਦਿਆਂ ਦੇ ਨੁਮਾਇੰਦੇ ਨਾਲ ਸਲਾਹ ਨਹੀਂ ਕਰਦੇ ਹੈਗੇ। ਇਹ ਅਨਫੋਰਚੂਨੇਟ ਹੈ। ਅੱਛਾ, ਹੁਣ ਤੁਸੀਂ ਵਿਧਾਨ ਸਭਾ ਦੇ ਅੰਦਰ ਹੀ ਬੈਠੇ ਹੋ? ਫਿਰ ਅਸੀਂ ਸਾਰੇ ਦੇ ਸਾਰੇ ਅੰਦਰ ਹੀ ਬੈਠੇ ਜੇ। ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਸਾਰੇ ਸਾਡੇ ਸਾਥੀ ਨੇ ਜਿਹੜੇ, ਕਿਉਂਕਿ ਸੰਘਰਸ਼ ਕਰਦੇ ਨੇ। ਪ੍ਰਿੰਸੀਪਲ ਬੁੱਧ ਰਾਮ ਜੀ, ਮੀਥੇਰ ਜੀ ਰੈਸਟ ਕਰ ਰਹੇ ਨੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀਗਾ। ਰੂਬੀ ਜੀ, ਸਾਰੇ ਸਾਥੀ ਨੇ ਜਿਹੜੇ, ਕੁਲਤਾਰ ਸੰਧਵਾ ਜੀ। ਤੇ ਜਦੋਂ ਤੱਕ ਇਹ ਸਾਰੇ ਦਾ ਸਾਰਾ ਇਹ ਰੌਲਾ ਮੁੱਕ ਨਹੀਂ ਜਾਂਦਾ ਕਿ ਸਾਨੂੰ ਬਿੱਲਾਂ ਦੀਆਂ ਕਾਪੀਆਂ ਨਹੀਂ ਮਿਲ ਜਾਂਦੀਆਂ ਹੈਗੀਆਂ, ਉਦੋਂ ਤੱਕ ਇਸੇ ਤਰੀਕੇ ਇੱਥੇ ਹੀ ਬੈਠਾਂਗੇ। ਚੱਕ ਕੇ ਸਾਨੂੰ ਬਾਹਰ ਸਰਕਾਰ ਜ਼ਰੂਰ ਸਿੱਟ ਸਕਦੀ ਹੈ, ਪਰ ਅਸੀਂ ਆਪਦੇ ਪੈਰਾਂ ਤੇ ਤਾਂ ਨਹੀਂ, ਲੱਤਾਂ ਤੇ ਤਾਂ ਨਹੀਂ ਚੱਲ ਕੇ ਜਾਂਦੇ ਹੈਗੇ। ਹਾਂ, ਜਦੋਂ ਕਾਪੀ ਮਿਲ ਗਈ ਉਦੋਂ ਨਾਲ ਦੀ ਨਾਲ ਕਾਪੀ ਨੂੰ ਲਾਵਾਂਗੇ ਮੱਥੇ ਨਾਲ ਤੇ ਬਾਹਰ ਨਿਕਲ ਜਾਾਂਗੇ, ਤੇ ਸ਼ਾਮ ਨੂੰ ਜਾ ਕੇ, ਰਾਤ ਨੂੰ ਜਾ ਕੇ ਉਹਦੇ ਉੱਪਰ ਬ੍ਰੇਨਸਟਾਰਮਿੰਗ ਕਰਾਂਗੇ ਅਸੀਂ। ਅੱਛਾ, ਸਰਕਾਰ ਦਾ ਕੀ ਕਹਿਣਾ? ਸਰਕਾਰ ਦਾ ਜਾਂ ਵਿਧਾਨ ਸਭਾ ਸਪੀਕਰ ਦਾ ਜਾਂ ਵਿਧਾਨ ਸਭਾ ਸਕੱਤਰੇਤ ਦਾ ਕਹਿਣਾ ਕੀ ਹੈ ਜਿਹੜੇ ਬਿੱਲ ਦੀ ਕਾਪੀ ਉਹਨੂੰ ਲੈ ਕੇ? ਕਿਉਂਕਿ ਇਹ ਦੇਣਾ ਵੀ ਜ਼ਰੂਰੀ ਹੁੰਦਾ ਪਹਿਲਾਂ। ਇਹ ਇਸ ਤਰ੍ਹਾਂ ਹੈ ਕਿ BAC ਦੇ ਵਿੱਚ, ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਉਹ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ। ਉਹਦੇ ਵਿੱਚ ਕਮਿਟ ਕੀਤਾ ਗਿਆ ਸੀਗਾ ਕਿ ਜਲਦੀ ਆ ਜਾਏ। ਸਾਨੂੰ ਦੱਸ ਕੇ ਗਏ ਨੇ ਕਿ ਉਹਨਾਂ ਨੇ ਸਰਕਾਰ ਨੂੰ ਇਸ ਗੱਲ ਦੇ ਲਈ ਖਿਚਾਈ ਵੀ ਕੀਤੀ ਹੈ ਕਿ ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਮਤੇ ਬਿੱਲ ਨੇ ਜਿਹੜੇ ਉਹ ਟਾਈਮਲੀ ਭੇਜਿਆ ਕਰੋ। ਗਏ ਨੇ, ਸਾਨੂੰ ਦੱਸਿਆ ਸੀ ਉਹਨਾਂ ਦੇ ਇਸ ਗੱਲ ਲਈ ਧੰਨਵਾਦ ਕਰਦੇ ਆ। ਤੇ ਅੱਜ ਔਨ ਦਾ ਫਲੋਰ ਆਫ ਦਾ ਹਾਊਸ FM ਮਨਪ੍ਰੀਤ ਬਾਦਲ ਜੀ ਨੇ ਕਮਿਟ ਕੀਤਾ ਸੀਗਾ, ਵਾਅਦਾ ਕੀਤਾ ਸੀਗਾ ਕਿ ਸ਼ਾਮ ਨੂੰ 5 ਵਜੇ ਤੱਕ ਤੁਹਾਡੇ ਹਰ ਹਾਲਤ ਵਿੱਚ ਬਿੱਲ ਨੇ ਜਿਹੜੇ ਤੁਹਾਡੇ ਕੋਲ ਪਹੁੰਚ ਜਾਣਗੇ। ਤੇ ਹੁਣ 4:50 ਹੋ ਗਏ ਨੇ ਤੇ ਲੱਗਦਾ ਕਿ ਸ਼ਾਇਦ 10 ਮਿੰਟਾਂ ਦੇ ਵਿੱਚ ਆ ਜਾਣਗੇ। ਇਸ ਕਰਕੇ ਹੁਣ ਦੇਖਦੇ ਆ ਕੀ ਬਣਦਾ, ਆਪਦਾ ਵਾਅਦਾ ਪੂਰਾ ਕਰਦੇ ਨੇ ਕਿ ਨਹੀਂ ਕਰਦੇ। ਅੱਛਾ ਜੀ, ਇਸ ਤਰ੍ਹਾਂ ਦਾ ਕੋਈ ਸਰਕਾਰ ਦੇ ਵੱਲੋਂ ਲੈ ਕੇ ਆਇਆ ਜਾਂਦਾ ਕੋਈ ਪ੍ਰੋਵੀਜ਼ਨ ਵੀ ਪ੍ਰਾਈਵੇਟ ਬੰਦਾ ਜੇ MSP ਤੋਂ ਘੱਟ ਖਰੀਦੂਗਾ ਉਹਦੇ ਤੇ ਪਰਚਾ ਹੋਊਗਾ, ਉਸ ਤੋਂ ਇਸ ਪ੍ਰੋਵੀਜ਼ਨ ਨਾਲ ਕੀ ਮੁਸ਼ਕਲ ਹੱਲ ਹੋ ਜੂਗੀ ਤੁਹਾਡੇ ਮੁਤਾਬਕ? ਗੁਰਪ੍ਰੀਤ ਜੀ, ਗੱਲ ਮਸਲਾ ਪਤਾ ਕੀ ਹੈ? ਇਹ ਤਾਂ ਮਸਲਾ ਹੀ ਨਹੀਂ ਹੈਗਾ, ਇਹ ਤਾਂ ਮੁਸ਼ਕਿਲ ਹੀ ਨਹੀਂ ਹੈਗੀ। ਇਹਦੇ ਨਾਲ ਕੀ ਹੋਊਗਾ ਵੀ ਜਿਹੜਾ ਕੋਈ ਕਿਸਾਨਾਂ ਨੂੰ ਐਕਸਪਲੋਇਟ ਕਰਨ ਦੇ ਲਈ, ਉਹਦਾ ਸ਼ੋਸ਼ਣ ਕਰਨ ਦੇ ਲਈ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਹੈ, ਉਹ ਨਹੀਂ ਆਊਗਾ। ਉਹ ਦੈਟ ਮੀਨਸ ਤੁਸੀਂ ਕਾਰਪੋਰੇਟ ਨੂੰ ਰੋਕ ਰਹੇ ਹੋ। ਚੰਗੀ ਗੱਲ ਹੈ, ਸਵਾਗਤ ਕਰਦੇ ਆ, ਰੋਕਣੇ ਚਾਹੀਦੇ ਨੇ, ਠੋਕ ਕੇ ਰੋਕਣੇ ਚਾਹੀਦੇ ਨੇ। ਕੋਈ ਸਾਡੇ ਪੰਜਾਬ ਦੀ ਕਿਸਾਨੀ ਨੂੰ ਲੁੱਟਣ ਦੀ ਵੜ ਨਹੀਂ ਦਿੱਤਾ ਜਾਣਾ ਚਾਹੀਦਾ ਹੈਗਾ। ਪਰ ਰੌਲਾ ਇਹ ਤਾਂ ਹੈ ਹੀ ਨਹੀਂਗਾ। ਰੌਲਾ ਤਾਂ ਇਸ ਗੱਲ ਦਾ ਹੈ ਵੀ ਜਿਹੜਾ 60,000 ਕਰੋੜ ਕਾਰਪੋਰੇਟ ਆਉਣ ਨਾ, ਪ੍ਰਾਈਵੇਟ ਪਲੇਅਰ ਆਉਣ ਨਾ, MSP ਤੋਂ ਘੱਟ ਖਰੀਦਣ ਨਾ, ਬਿਲਕੁਲ ਸਾਰੀਆਂ ਗੱਲਾਂ ਅਸੀਂ ਡਟ ਕੇ ਸਵਾਗਤ ਕਰਦੇ ਹਾਂ। ਪਰ ਸਵਾਲ ਇਹ ਹੈ ਵੀ ਜੇ ਸਾਲ ਨੂੰ, 1.5 ਸਾਲ ਨੂੰ 22 ਦੀਆਂ ਚੋਣਾਂ ਟਪਾ ਕੇ ਕੇਂਦਰ ਨੇ ਹੱਥ ਖੜੇ ਕਰਤੇ ਵੀ ਸਾਡੇ ਕੋਲ ਤਾਂ ਪੈਸੇ ਹੈ ਨਹੀਂਗੇ, ਸਾਡੇ ਕੋਲ ਤਾਂ 3 ਸਾਲਾਂ ਦਾ ਸਟਾਕ ਹੈ ਜਿਹੜਾ ਉਹ ਆਲਰੇਡੀ ਕਣਕ ਤੇ ਝੋਨੇ ਦਾ ਪਿਆ ਹੈ, ਤੁਸੀਂ ਆਪਦੇ ਸਮਾਨ ਜਿੱਥੇ ਮਰਜ਼ੀ ਸਾਂਭ ਲਓ, ਤੇ ਫੇਰ ਕਿਹਦੀ ਮਾਨੂਮਾਸੀ ਕਹਾਂਗੇ? ਰੌਲਾ ਤਾਂ ਇਸ ਗੱਲ ਦਾ ਫੇਰ 60,000 ਕਰੋੜ ਕਿੱਥੋਂ ਆਊਗਾ? ਇਹ ਜਿਹੜੇ ਲੰਮੇ ਸਮੇਂ ਤੋਂ ਲੁੱਟਾਂ ਖੋਹਾਂ ਦਾ ਰਾਜ ਸਰਕਾਰਾਂ ਕਰ ਰਹੀਆਂ ਨੇ ਪੰਜਾਬ ਦੇ ਵਿੱਚ, ਇਹਨਾਂ ਨੇ ਤਾਂ 2.5 ਲੱਖ ਦਾ ਕਰਜ਼ਾ ਹੋਰ ਚੜਾ ਦਿੱਤਾ, 50,000 ਦਾ ਕਰਜ਼ਾ 2 ਸਾਲਾਂ 'ਚ ਹੋਰ ਚੜ ਜਾਣਾ ਹੈ। ਇਹਨਾਂ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ ਹੈਗੇ। ਇਹ ਕਿਸਾਨ ਦਾ 60,000 ਕਰੋੜ ਦਾ ਝੋਨਾ ਤੇ ਕਣਕ ਕਿਵੇਂ ਸਾਂਭਣਗੇ? ਸਾਂਭ ਸਕਦੇ ਨੇ, ਮੈਂ ਫਿਰ ਦੁਬਾਰਾ ਰਿਪੀਟ ਕਰਦਾ, ਪਰ ਨੀਅਤ, ਨੀਤੀ
ਔਰ ਦ੍ਰਿੜ ਇਰਾਦਾ ਚਾਹੀਦਾ ਹੈ, ਸਾਰਾ ਕੁਝ ਹੋ ਸਕਦਾ ਹੈ। ਪਰ ਉਹ ਇੱਕ ਸਵਾਲ ਨਾ ਇਹਦੀ ਪ੍ਰੈਕਟੀਕਲਿਟੀ ਤੇ ਹੈਗਾ ਅਮਨ ਜੀ, ਜੀਡੀਪੀ ਦੀ ਗੱਲ ਕਰ ਰਹੇ ਹੋ, 60,000 ਕਰੋੜ ਪਹਿਲਾਂ ਤਾਂ ਇੰਤਜ਼ਾਮ ਕਰਨਾ ਬਹੁਤ ਔਖਾ ਸਟੇਟ ਗਵਰਨਮੈਂਟ ਦੇ ਲਈ। ਬਜਟ ਦਾ ਮੇਰਾ ਖਿਆਲ 60% ਹਿੱਸਾ ਬਣ ਜਾਊਗਾ, ਉਹ 50 ਤੋਂ 60% ਹਿੱਸਾ ਪੂਰੇ ਸਾਲ ਦੇ ਬਜਟ ਦਾ। ਫਿਰ ਉਹ ਤੋਂ ਇਲਾਵਾ ਇੰਨਾ ਕੰਜ਼ਿਊਮ ਕਿੱਥੇ ਹੋਊਗਾ, ਉਹ ਇਹ ਵੀ ਇੱਕ ਵੱਡਾ ਸਵਾਲ ਹੈ। ਦੇਖੋ ਇਸ ਤਰ੍ਹਾਂ ਹੈ, ਕੰਜ਼ਿਊਮ ਦਾ ਜਿੱਥੇ ਤੱਕ ਸਵਾਲ ਹੈ, ਇਹਦੇ ਚ ਕੱਲਾ ਜਿਹੜਾ ਮੈਂ ਕਹਿ ਰਿਹਾ ਵੀ ਸਾਰਾ ਸਰਕਾਰ ਦੇ, ਉਹ ਅੱਜ ਦੀ ਘੜੀ ਪੋਸੀਬਲ ਨਹੀਂ ਹੈਗਾ। ਕੱਲ ਨੂੰ ਪ੍ਰਮਾਤਮਾ ਸੁੱਖ ਰੱਖੇ ਪੰਜਾਬ ਇੰਨਾ ਕੁ ਪੈਰਾਂ ਸਿਰ ਹੋ ਜੇ ਕਿ ਪੋਸੀਬਲ ਹੋ ਜੇ, ਤਾਂ ਉਹ ਜਿਹੇ ਦਿਨਾਂ ਦੀ ਵੀਕ ਦੇ ਵਿੱਚ ਅਸੀਂ ਸਾਰੇ ਲੱਗੇ ਹੋਏ ਆ। ਆਪਾਂ ਸਾਰੀ ਜਿਹਨੇ ਪੰਜਾਬ ਨੂੰ ਪਿਆਰ ਕਰਦੇ ਨੇ ਸਾਰੀ ਲੱਗੇ ਹੋਏ ਆ। ਇਹ ਚ ਮਲਟੀ ਪ੍ਰੋਂਗਡ ਅਪਰੋਚ ਜਿਹੜੀ ਉਹ ਅਪਣਾਉਣੀ ਪੈਣੀ ਹੈ। ਨੰਬਰ ਇੱਕ ਸਰਕਾਰ, ਜੇ ਕੇਂਦਰ ਸਰਕਾਰ ਮਗਰ ਹਟ ਵੀ ਜਾਵੇ ਤਾਂ ਜਿੰਨੀ ਕੁ ਇਹਨਾਂ ਨੂੰ ਪੀਡੀਐਸ ਵਾਸਤੇ ਯਾਨੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਜਿੰਨੀ ਕੁ ਕਣਕ ਝੋਨਾ ਚਾਹੀਦਾ ਹੋਊ ਉਹਨਾਂ ਕੁ ਉਹ ਪਰਚੇਜ਼ ਕਰਨਗੇ। ਬਾਕੀਆਂ ਨੂੰ ਸਰਕਾਰ ਹੈ ਜਿਹੜੀ, ਉਹ ਝੋਨਾ ਕਦੇ ਵੀ ਸਾਡੇ ਪੰਜਾਬ ਦੀ ਫਸਲ ਸੀ ਹੋਈ ਨਹੀਂ। ਇਹ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਸਾਊਥ ਦੀਆਂ ਸਟੇਟਸ ਦਾ ਢਿੱਡ ਭਰਨ ਦੇ ਲਈ ਇਹ ਕੀਤਾ ਗਿਆ ਸੀਗਾ। ਜੇ ਉਹਦੀ ਥਾਂ ਤੇ ਡਾਇਵਰਸੀਫਿਕੇਸ਼ਨ ਹੈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ, ਪਰ ਉਹ ਚ ਗਾਰੰਟੀਡ ਪਰਚੇਜ਼ ਹੈ ਜਿਹੜੀ। ਹੁਣ ਜੇ ਸਪੋਜ਼ ਸਰਕਾਰ ਇਹ ਕਹੇ ਪੰਜਾਬ ਦੇ ਕਿਸਾਨਾਂ ਨੂੰ ਕਿ ਭਾਈ ਜਿੰਨਾ ਕਿਸਾਨ ਝੋਨਾ ਲਾਉਂਦਾ ਹੈ ਉਹਦੇ ਵਿੱਚੋਂ ਇੱਕ ਸਾਲ 10% ਮੱਕੀ ਲਾਊਗਾ, 10% ਸੂਰਜਮੁਖੀ ਲਾਊਗਾ, 10% ਦਾਲਾਂ ਲਾਊਗਾ, 10% ਆਇਲ ਸੀਡਸ ਲਾਊਗਾ। ਜੇ 40-50% ਤੁਸੀਂ ਉਹਨੂੰ ਡਾਇਵਰਸੀਫਾਈ ਕਰ ਦਿੰਦੇ ਹੋ ਤੇ ਗਾਰੰਟੀ ਸਰਕਾਰ ਦੇ ਦਿੰਦੀ ਹੈ ਕਿ ਮਾਰਕਫੈਡ ਦੇ ਰਾਹੀਂ ਜਿਹੜੇ ਉਹਨਾਂ ਦੀ ਪਰਚੇਜ਼ ਹੈ ਜਿਹੜੀ ਉਹ 100% ਪ੍ਰਾਈਸ ਦੇ ਉੱਪਰ MSP ਦੇ ਉੱਪਰ ਹੋਊਗੀ। ਤੇ ਜੇ ਕਿਸੇ ਦਾ ਸ਼ਾਰਟਫਾਲ ਰਹਿ ਜਾਂਦਾ ਹੈ ਤੇ ਜਿਹੜਾ ਝੋਨੇ ਦੇ ਵਿੱਚੋਂ, ਝੋਨੇ ਤੋਂ ਜਦੋਂ ਡਾਇਵਰਸੀਫਾਈ ਕਰਾਂਗੇ ਤੇ ਤਕਰੀਬਨ 5 ਤੋਂ 6,000 ਕਰੋੜ ਰੁਪਏ ਜਿਹੜਾ ਉਹ ਪਾਣੀ ਦੇ ਬਿੱਲ ਦਾ, ਬਿਜਲੀ ਦੇ ਬਿੱਲ ਦਾ ਹੀ ਬਚ ਜੂਗਾ ਤੇ ਉਹਨਾਂ ਨੂੰ ਕੰਪਨਸੇਟ ਕਰ ਦੋ। ਕਿੱਡੀ ਕੁ ਗੱਲ ਹੈ। ਜੇ ਕੋਈ 10-20 ਹਜ਼ਾਰ ਕਰੋੜ ਰੁਪਏ, ਇਸੇ ਗੱਲ ਦਾ ਹੀ ਹੈ ਨਾ, ਸੁਣੋ ਦੀ ਵੀ ਇਹੀ ਹੈ ਸਾਡੀ ਕਿ ਅਸੀਂ 70 ਸਾਲਾਂ ਦੇ ਵਿੱਚ ਸਿਵਾਏ ਕਣਕ ਤੇ ਝੋਨਾ ਖਰੀਦਣ ਤੋਂ ਹੋਰ ਕੋਈ ਮਾਡਲ ਨਹੀਂ ਬਣਾ ਸਕੇ। ਕਿਸਾਨ ਦਾ ਜਿਹੜਾ ਆਲੂ ਹੈ ਪੰਜਾਬ ਦੇ ਵਿੱਚ ਉਹ ਸੜਕ ਤੇ ਉਹਨੂੰ ਤੁਸੀਂ ਮਾਡਲ ਨਹੀਂ, ਸ਼ਿਮਲਾ ਮਿਰਚ ਉਹਨੂੰ ਫ੍ਰੀ ਚ ਸੁੱਟਣੀ ਪੈਂਦੀ ਹੈ, ਉਹਦਾ ਕੋਈ ਮਾਡਲ ਨਹੀਂ, ਕਿੰਨੂ ਕਈ ਖਰਾਬ ਹੋ ਜਾਂਦਾ ਉਹਦਾ ਕੋਈ ਮਾਡਲ ਨਹੀਂ। ਸਭ ਡਾਇਵਰਸਿਫਿਕੇਸ਼ਨ ਫਿਰ ਇੰਨੀ ਛੇਤੀ ਹੋ ਕਿਵੇਂ ਜਾਊਗੀ, ਉਹਦੀ ਮਾਰਕੀਟਿੰਗ ਦਾ ਮਾਡਲ ਕੀ ਹੋਊਗਾ? ਇੱਕ ਮਿੰਟ, ਔਖਾ ਕੀ ਹੈ ਜੀ, ਮੈਨੂੰ ਗੱਲ ਸਮਝਾਓ। ਮੈਂ ਤੁਹਾਨੂੰ ਆਇਲ ਸੀਡਸ ਔਰ ਦਾਲਾਂ 1 ਲੱਖ ਕਰੋੜ ਦੀਆਂ ਇੰਪੋਰਟ ਕਰਦਾ ਮੁਲਕ। ਉਹੀ 1 ਲੱਖ ਕਰੋੜ ਦੇ ਵਿੱਚੋਂ ਤੁਸੀਂ ਜ਼ਿਆਦਾ ਨਾ ਕਰੋ, ਤੁਸੀਂ 25,000 ਕਰੋੜ ਰੁਪਏ ਜਿਹੜਾ ਉਹ ਪੋਪੂਲੇਸ਼ਨ ਹੈ ਪੰਜਾਬ ਦੀ ਤੇ 60% ਲੋਕਾਂ ਦਾ ਭਰਦਾ ਰਿਹਾ ਹੈ। ਤੁਸੀਂ 1 ਲੱਖ ਕਰੋੜ ਦੇ ਵਿੱਚੋਂ ਜਿਹੜਾ ਤੁਸੀਂ ਬਾਹਰਲੇ ਮੁਲਕਾਂ ਨੂੰ ਦੇ ਦਿੰਦੇ ਹੋ, ਉਹ 25,000 ਕਰੋੜ ਰੁਪਏ ਤੁਸੀਂ ਪੰਜਾਬ ਦੇ ਲਈ ਅਵੇਲੇਬਲ ਕਰਾ ਦਿਓ, ਉਹਨਾਂ ਲਈ ਤੁਸੀਂ ਰਿਜ਼ਰਵ ਰੱਖ ਦਿਓ। ਕੱਢਣ ਦਾ ਤਰੀਕਾ ਇਹ ਚਾਹੀਦਾ ਸੀਗਾ ਕਿ 10 ਸਾਲ ਦਾ ਪਲਾਨ ਬਣਦਾ ਔਰ ਹਰ ਸਾਲ 10% ਹੈ ਜਿਹੜਾ ਉਹਨਾਂ ਨੂੰ ਤੁਸੀਂ ਡਾਇਵਰਸੀਫਾਈ ਕਰਦੇ ਵਿਦ ਗਾਰੰਟੀ ਫਰੋਮ ਦਾ ਸੈਂਟਰਲ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ ਕਿ ਜੇ ਭਾਈ ਸੂਰਜਮੁਖੀ ਦਾ ਰੇਟ ਅਨਾਉਂਸ ਕਰਤਾ ਤਾਂ ਇਹ ਤੁਹਾਨੂੰ ਮਿਲੂਗਾ, ਜੇ ਤੁਹਾਨੂੰ ਮੱਕੀ ਦਾ ਰੇਟ ਅਨਾਉਂਸ ਕਰਤਾ ਤਾਂ ਇਹ ਮਿਲੂਗਾ, ਜੇ ਤੁਹਾਨੂੰ ਕਾਟਨ ਦਾ ਰੇਟ ਅਨਾਉਂਸ ਕਰਦਾ ਤਾਂ ਇਹ ਮਿਲੂਗਾ। ਮਿਲਦਾ ਤਾਂ ਇੱਥੇ 23 ਵਿੱਚੋਂ 2 ਫਸਲਾਂ ਦੇ ਉੱਪਰ ਹੈ ਤੇ ਕਿਵੇਂ ਕਿਸਾਨ ਨਿਕਲ ਜੂਗਾ ਜੀ ਉਹਦੇ ਵਿੱਚੋਂ? ਮਹਿਜ਼ 5% ਹੈ ਜਿਹੜਾ ਉਹ 86% ਹੈ ਜਿਹੜਾ ਉਹ 5% ਤੋਂ ਏਕੜ ਦਾ ਘੱਟ ਦਾ ਕਿਸਾਨ ਹੈ। ਉਹ ਤਾਂ ਵਿਚਾਰਾ ਦੇਖਦਾ ਕਿ 6 ਮਹੀਨੇ ਨੂੰ ਮੇਰੇ ਕੋਲ 4 ਦਾਣੇ ਆਉਣ ਤੇ ਮੇਰਾ ਕੰਮ ਚੱਲਦਾ ਹੋਵੇ। ਤੁਸੀਂ ਉਹਨੂੰ ਕਹਿੰਦੇ ਹੋ ਵੀ ਅੱਜ ਹੀ ਵਿਦਆਊਟ ਐਨੀ ਗਰੰਟੀ ਤੂੰ ਨਿਕਲ ਜਾ। ਤੇ ਅਜਿਹੇ ਹਾਈਐਸਟ ਜੇ ਹਾਈਐਸਟ ਡੈਟ ਕਿਤੇ ਹੈ ਨਾ ਜੀ ਪੂਰੇ ਮੁਲਕ ਦੇ ਵਿੱਚ ਤੇ ਉਹ ਪੰਜਾਬ ਦੇ ਵਿੱਚ ਹੈ ਕਿਸਾਨਾਂ ਦੇ ਉੱਪਰ। ਜੇ ਅੱਜ ਹਾਈਐਸਟ ਪਰ ਕੈਪੀਟਾ ਇਨਕਮ ਵੀ ਹੈਗੀ ਤੇ ਉਹ ਵੀ ਪੰਜਾਬ ਦੇ ਵਿੱਚ ਹੈ ਕਿਸਾਨਾਂ ਦੇ ਉੱਪਰ, ਉਹ ਹੈਗੀ MSP ਦੀ ਵਜ੍ਹਾ ਕਰਕੇ। ਸੋ ਇਸ ਕਰਕੇ ਇਹਦਾ ਤਰੀਕਾ ਜਿਹੜਾ ਉਹ ਗਲਤ ਅਡਾਪਟ ਕਰ ਲਿਆ ਕੇਂਦਰ ਸਰਕਾਰ ਨੇ, ਤੇ ਉਹਦੇ ਲਈ ਜਿੰਨਾ ਕੇਂਦਰ ਜ਼ਿੰਮੇਵਾਰ ਹੈ ਉਨਾ ਹੀ ਅਕਾਲੀ ਦਲ ਵੀ ਜ਼ਿੰਮੇਵਾਰ ਹੈ, ਤੇ ਉਸ ਤੋਂ ਬਾਅਦ ਕਿ ਮੈਂ ਸਮਝਦਾ ਕਿ ਕਾਂਗਰਸ ਵੀ ਜ਼ਿੰਮੇਵਾਰ ਹੈ, ਜਿਹਦੀ ਵਜ੍ਹਾ ਕਰਕੇ ਸਾਨੂੰ ਇਹਨਾਂ ਦੀ ਨੀਅਤ ਤੇ ਬਾਰ-ਬਾਰ ਸ਼ੰਕੇ ਹੁੰਦੇ ਨੇ। ਅੱਛਾ, ਤੁਹਾਨੂੰ ਸਰਕਾਰ ਤੇ ਯਕੀਨ ਲੱਗਦਾ ਜਿਹੜੀਆਂ ਗੱਲਾਂ ਹੁਣ ਕੁਝ ਕਨਸੋਆਂ ਸਾਹਮਣੇ ਆ ਰਹੀਆਂ ਕਿ ਸਵੇਰ ਨੂੰ ਇਹ ਕਰ ਦੇਣਾ, ਪ੍ਰੋਵੀਜ਼ਨ ਆ ਜਾਣੀ ਹੈ ਕਿ ਪ੍ਰਾਈਵੇਟ ਬੰਦੇ ਤੇ ਪ੍ਰਾਈਵੇਟ ਪਲੇਅਰ ਤੇ ਪਰਚਾ ਦਰਜ ਕਰਾਂਗੇ। ਦੂਜੇ ਪਾਸੇ ਕੁਝ ਲੋਕ ਸਵਾਲ ਉਠਾ ਰਹੇ ਵੀ ਇੱਕ ਪਾਸੇ ਤਾਂ ਸਰਕਾਰ ਬਠਿੰਡੇ ਵਾਲਾ ਥਰਮਲ 1 ਰੁਪਇਆ ਲੀਜ਼ ਤੇ ਦੇ ਰਹੀ ਹੈ, ਦੂਜੇ ਪਾਸੇ ਐਡਾ ਵੱਡਾ ਕਦਮ ਚੁੱਕਣਾ ਕੀ ਇਹ ਪ੍ਰੈਕਟੀਕਲ ਜਾਂ ਲੱਗਦਾ ਹੈ ਤੁਹਾਨੂੰ? ਤੁਸੀਂ ਗੁਰਪ੍ਰੀਤ ਜੀ ਤੁਹਾਡੇ ਸਵਾਲ ਦੇ ਵਿੱਚ ਹੀ ਮੇਰਾ ਜਵਾਬ ਛੁਪਿਆ ਤੇ ਮੇਰੇ ਤੋਂ ਕਿਉਂ ਕਹਾਉਂਦੇ ਹੋ? ਇਹ ਮਤਾ ਜਿਹੜਾ ਹੈ ਗੁਰਪ੍ਰੀਤ ਜੀ, ਮਾਰਕ ਮਾਈ ਵਰਡਸ, ਮੇਰੇ ਸ਼ਬਦ ਅੱਜ ਨੋਟ ਕਰਕੇ ਰੱਖ ਲਿਓ, ਇਹ ਪੰਜਾਬ ਦੀ ਕਿਸਾਨੀ ਨੂੰ, ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ ਬਚਾਉਣ ਵਾਲਾ ਮਤਾ ਨਹੀਂ ਹੈਗਾ।
ਇਹ 2022 ਦੇ ਵਿੱਚ ਕਾਂਗਰਸ ਪਾਰਟੀ ਦੀ ਡੁੱਬਦੀ ਨਈਆਂ ਨੂੰ ਬਚਾਉਣ ਵਾਲਾ ਮਤ ਹੈ ਜਿਹੜਾ ਆਉਣ ਜਾ ਰਿਹਾ ਹੈ। ਮੈਨੂੰ ਤੁਸੀਂ ਸੋਲੂਸ਼ਨ ਦੱਸ ਦਿਓ। ਇੱਕ ਬੰਦਾ ਆਇਆ, ਪਰਚਾ ਘੱਟ ਕਰਨ ਦੀ ਘੱਟ ਤੇ ਪਰਚੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ FIR ਕਰਤੀ ਉਹ ਤੇ। ਹਾਊ ਡਸ ਦੈਟ ਸੋਲਵ ਦਾ ਪ੍ਰੋਬਲਮ? ਪ੍ਰੋਬਲਮ ਤਾਂ ਕੋਈ ਨਹੀਂ ਸੋਲਵ ਹੋਣੀ। ਉਹ ਚਲਾ ਜਾਊਗਾ, ਬਸ ਆਹੀ ਹੋਊਗਾ। ਸੁਣੋ, 1888 ਦੇ ਉੱਪਰ 1888 ਦੇ ਉੱਪਰ ਅੱਜ ਪਰਚੇਜ਼ ਹੋਣੀ ਹੈ ਜੀ ਝੋਨੇ ਦੀ। ਇੱਕ ਬੰਦਾ 1700 ਤੇ ਖਰੀਦਣਾ ਚਾਹੁੰਦਾ ਹੈ, ਉਹ ਕਹਿੰਦਾ ਜੀ, ਸਰਕਾਰ ਕਹਿੰਦੀ ਵੀ ਤੇਰੇ ਤੇ ਪਰਚਾ ਦਰਜ ਕਰਾਂਗੇ। ਉਹ ਕਹਿੰਦਾ ਜੀ ਮੈਂ ਹੱਥ ਬੰਨੇ ਮੈਂ ਨਹੀਂ ਖਰੀਦਦਾ ਹੈਗਾ। ਨਾ ਕੇਂਦਰ ਸਰਕਾਰ ਨਾ ਪੰਜਾਬ ਸਰਕਾਰ ਉਹ ਕਹਿੰਦੀ ਅਸੀਂ ਤਾਂ ਖਰੀਦਦੇ ਨਹੀਂ ਹੈਗੇ, ਸਾਨੂੰ ਲੋੜ ਨਹੀਂ ਹੈਗੀ, ਸਾਡੇ ਕੋਲ ਪੈਸੇ ਨਹੀਂ ਹੈਗੇ। ਤੇ ਜੇ ਗੁਰਪ੍ਰੀਤ ਜੀ ਤੁਸੀਂ ਜਾਂ ਮੈਂ ਹੋਵਾਂ, ਆਪਾਂ ਝੋਨਾ ਰੱਖਾਂਗੇ ਕਿੱਥੇ, ਕੀ ਕਰਾਂਗੇ? ਸੋ ਇਸ ਕਰਕੇ ਵਾਟ ਆਈ ਮੀਨ, ਕੱਲੀ ਪੰਜਾਬ ਸਰਕਾਰ ਨੂੰ ਵੀ ਨਾ ਫਸਾਓ। ਮਤਲਬ 60,000 ਕਰੋੜ ਦਾ ਇਹ ਕਿੱਥੋਂ ਖਰੀਦ ਲੈਣਗੇ ਅਨਾਜ? ਸਾਡੇ ਬਜਟ ਦਾ ਅੱਧਾ ਹਿੱਸਾ ਨਿਕਲ ਜਾਂਦਾ ਹੈ ਉਹਦੇ ਚੋਂ। ਇੱਕ ਮਿੰਟ ਗੁਰਪ੍ਰੀਤ ਜੀ, ਮੈਂ ਕਦੋਂ ਫਸਾ ਰਿਹਾ? ਜਿਨ੍ਹਾਂ ਨੇ ਫਸਾਉਣ ਵਾਲਾ ਸੀਗਾ, ਜਿਨ੍ਹਾਂ ਨੇ ਫਸਾਉਣ ਵਾਲੇ ਜਿਹੜੇ ਸੀਗੇ, ਉਹਨਾਂ ਦਾ ਅਕਾਲੀ ਦਲ ਵਾਲੇ ਪਹਿਲਾਂ ਸਾਥ ਦਿੰਦੇ ਰਹੇ। ਉਹਨਾਂ ਦਾ 1.25 ਸਾਲ ਹੋ ਗਿਆ, ਕੋਈ ਅੱਜ ਦਾ ਕੰਮ ਥੋੜਾ ਚੱਲ ਰਿਹਾ ਹੈ। ਇਹ ਜੂਨ 2019 ਦੇ ਵਿੱਚ ਨੀਤੀ ਆਯੋਗ ਦੀ 7 ਚੀਫ ਮਿਨਿਸਟਰਾਂ ਦੀ ਕਮੇਟੀ ਬਣਾਈ ਸੀ ਪ੍ਰਧਾਨ ਮੰਤਰੀ ਨੇ। ਉਹ ਚ ਮੁੱਖ ਮੰਤਰੀ ਸਾਹਿਬ ਵੀ ਪੰਜਾਬ ਵਾਲੇ ਸੀਗੇ, ਖੇਤੀ ਪ੍ਰਧਾਨ ਸੂਬੇ ਦੇ ਹੋਣ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਉਸ ਮੀਟਿੰਗ 'ਚ ਪਹਿਲੀ 'ਚ ਗਏ ਨਹੀਂ ਹੈਗੇ, ਆਰਾਮ ਫਰਮਾ ਰਹੇ ਸੀਗੇ ਫਾਰਮ ਹਾਊਸ ਤੇ। ਦੂਜੀ 'ਚ ਮਨਪ੍ਰੀਤ ਬਾਦਲ ਜੀ ਗਏ, ਹਾਂ ਹੂੰ ਕਰਕੇ ਆ ਗਏ, ਸਹਿਮਤੀ ਦੇ ਕੇ ਆ ਗਏ। ਤੇ ਹੁਣ ਉਦੋਂ ਪਤਾ ਲੱਗਦਾ ਜਦੋਂ ਰਾਜ ਮੰਤਰੀ ਇਹਨਾਂ ਦਾ ਵੀ ਪਾਰਲੀਮੈਂਟ ਵਿੱਚ ਖੜ ਕੇ ਦੱਸਦਾ। ਜੇ ਸਾਲ ਪਹਿਲਾਂ ਇਹ ਰੌਲਾ ਪਿਆ ਹੁੰਦਾ ਤੇ ਉਦੋਂ ਤੱਕ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਪੋਲੀਟੀਕਲ ਪਾਰਟੀਆਂ, ਤੁਸੀਂ ਮੀਡੀਆ ਦੇ ਲੋਕ ਕੋਈ ਨਾ ਕੋਈ ਹੀਲਾ ਵਸੀਲਾ ਆਪਾਂ ਸਾਲ ਭਰ ਦੇ ਵਿੱਚ ਕਰ ਲੈਂਦੇ। ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿੰਨੇ ਉਹ ਜ਼ਿੰਮੇਵਾਰ ਨੇ, ਉਨੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਜ਼ਿੰਮੇਵਾਰ ਹੈ। ਅੱਛਾ, ਚਲੋ ਆਖਿਰੀ ਸਵਾਲ ਹੈ। ਹੁਣ ਤੁਸੀਂ ਵੀ ਜਿਹੜੇ ਪਿਛਲੀ ਸਰਕਾਰ ਦੇ ਵੇਲੇ ਜਿਵੇਂ ਕਾਂਗਰਸੀ ਤੌਲੀਏ ਤੂਲੀਏ ਲੈ ਕੇ ਅੰਦਰ ਬੈਠੇ ਸੀ, ਤੁਸੀਂ ਵੀ ਸਾਰਾ ਸਮਾਨ ਲੈ ਕੇ ਗਏ ਹੋ ਕਿ ਥੋੜੀ ਦੇਰ ਤੱਕ ਆ ਜਾਣਾ ਬਾਹਰ? ਨਹੀਂ, ਇਸ ਤਰ੍ਹਾਂ ਜੀ ਤੌਲੀ ਤੁਲੀ ਤਾਂ ਅਸੀਂ ਲੈ ਕੇ ਨਹੀਂ ਆਏ ਹੈਗੇ, ਕਿਉਂਕਿ ਨਾ ਹੀ ਸਾਡਾ ਕੋਈ ਪ੍ਰੀ ਪਲਾਨਡ ਸੀਗਾ ਵੀ ਅਸੀਂ ਤੌਲੀ ਲੈ ਕੇ ਅੰਦਰ ਬੈਠਣਾ। ਅਸੀਂ ਕਿਹੜਾ ਇੱਥੇ ਡਰਾਮੇ ਕਰਨ ਵਾਸਤੇ ਬੈਠੇ ਹਾਂ। ਮੈਂ ਤਾਂ ਹੁਣ ਸੈਕਟਰੀ ਮੈਡਮ ਆ ਕੇ ਗਏ ਨੇ, 5 ਵੱਜ ਗਏ, 5 ਵਜੇ ਦਾ ਸਮਾਂ ਕਿਹਾ ਸੀ ਉਹਨਾਂ ਨੇ। ਤੇ ਜੇ ਉਹਨਾਂ ਨੂੰ ਕਿਹਾ ਸੀਗਾ ਕਿ 5 ਵਜੇ ਦੇ ਦੇਣਗੇ, ਅਸੀਂ ਤਾਂ ਆਪ ਹੀ ਲੈ ਕੇ ਬਾਹਰ ਆ ਜਾਗੇ। ਅਸੀਂ ਕੋਈ ਡਰਾਮੇਬਾਜ਼ੀ ਕਰਨ ਨਹੀਂ ਬੈਠੇ ਹੈਗੇ। ਸਾਨੂੰ ਤਾਂ ਇਹਨਾਂ ਨੇ ਮਜਬੂਰ ਕਰਤਾ ਅੱਜ ਬੈਠਣ ਵਾਸਤੇ। ਪਹਿਲਾਂ ਦੇਣਾ ਚਾਹੀਦਾ ਸੀ, ਨਹੀਂ ਦਿੱਤਾ। ਅੱਜ ਕਹਿੰਦੇ 5 ਵਜੇ ਤੱਕ ਦੇਵਾਂਗੇ। ਅਸੀਂ ਕਿਹਾ ਵੀ ਭਾਈ ਤੁਹਾਡਾ ਸਪੈਸ਼ਲ ਸੈਕਸ਼ਨ ਹੈ, ਸਾਡੇ ਕੋਲ ਬਿੱਲ ਹੈ ਨਹੀਂਗਾ, ਤੇ ਬਾਹਰ ਜਾ ਕੇ ਕਰਨਾ ਵੀ ਕੀ ਹੈ? ਅੱਜ ਜਾ ਕੇ ਘਰੇ ਆਰਾਮ ਫਰਮਾਉਣ ਨਾਲੋਂ ਤੇ ਉਹਦੇ ਨਾਲ ਤਾਂ ਬੈਟਰ ਹੈ ਕਿ ਇੱਥੇ ਬੈਠੇ ਆ। ਮਾੜਾ ਮੋਟਾ ਸਰਕਾਰ ਤੇ ਪ੍ਰੈਸ਼ਰ ਬਣਿਆ ਹੋਇਆ ਹੈ। ਹੋ ਸਕਦਾ ਹੈ ਮਾੜੀ ਮੋਟੀ ਸ਼ਰਮ ਲਿਹਾਜ਼ ਕਰ ਹੀ ਲੈਣ ਤੇ ਬਿੱਲ ਸਾਡੇ ਕੋਲ 5 ਨਹੀਂ 7 ਭੇਜ ਦੇਣਗੇ। ਤੇ ਜੇ ਨਾ ਪਹੁੰਚੇ ਬਿੱਲ ਸਾਡੇ ਕੋਲੇ, ਤੇ ਫਿਰ ਸਾਰੀ ਰਾਤ ਇੱਥੇ ਬਿਨਾਂ ਤੌਲੀਏ, ਬਿਨਾਂ ਰੋਟੀ ਤੋਂ, ਬਿਨਾਂ ਸਾਬਣ ਤੋਂ ਬੈਠੇ ਹੋ, ਕੋਈ ਪਰਵਾਹ ਨਹੀਂ ਹੈਗੀ। ਅਸੀਂ ਤਾਂ ਜੇ ਕਿਸਾਨ, ਮੈਨੂੰ ਗੁਰਪ੍ਰੀਤ ਜੀ ਐ ਦੱਸੋ, ਇੰਨੇ ਦਿਨਾਂ ਦੇ ਲੈਣਾ ਦੇ ਬੈਠ ਸਕਦੇ ਨੇ ਉਹਦੇ ਘਰ ਤੇ ਖੇਤ ਛੱਡ ਕੇ, ਤੇ ਸਾਨੂੰ ਇੱਥੇ ਵਿਧਾਨ ਸਭਾ ਦੇ ਵਿੱਚ ਇੱਕ ਰਾਤ ਸਾਨੂੰ ਕੀ ਸੱਪ ਸੁੰਘਦਾ? ਆਰਡਰ ਪਹੁੰਚ ਜਾਂਦੇ ਇੱਥੇ, ਰੋਟੀ ਰਾਟੀ ਤਾਂ ਆ ਜਾਊਗੀ। ਹਾਂ, ਕੀ ਕਹਿੰਦੇ ਹੋ? ਜ਼ੋਮੈਟੋ ਦੇ ਆਰਡਰ ਪਹੁੰਚ ਜਾਣਗੇ, ਰੋਟੀ ਰਾਟੀ ਤਾਂ ਪਹੁੰਚ ਜਾਣੀ ਹੈ ਤੁਹਾਡੇ ਕੋਲ। ਅਸੀਂ ਜ਼ੋਮੈਟੋ ਦੇ ਆਰਡਰ ਵਾਲੇ ਹੈ ਹੀ ਨਹੀਂ। ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ। ਉਹ ਬਬਰ ਸ਼ੇਰ 9 ਦਿਨ ਦਿੱਲੀ LG ਦੀ ਨੱਕ 'ਚ ਦਮ ਕਰਕੇ ਬੈਠਾ ਰਿਹਾ ਸੀ ਉਹਦੇ ਡਰਾਇੰਗ ਰੂਮ 'ਚ। ਅਸੀਂ ਉਹਦੇ ਸਿਪਾਹੀ ਆ, ਸਾਨੂੰ ਜ਼ੋਮੈਟੋ ਦੀ ਲੋੜ ਨਹੀਂ ਹੈਗੀ। ਚਲੋ, ਬਹੁਤ ਸ਼ੁਕਰੀਆ ਤੁਹਾਡਾ। ਅਮਨ ਅਰੋੜਾ, ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਨੇ ਧਰਨਾ ਲਾਇਆ ਹੋਇਆ ਵਿਧਾਨ ਸਭਾ ਦੇ ਅੰਦਰ